अस्सलामुअलैकुम। जी तो नाजरीन आज हम आ गए हैं जी एक जन्नत में। बकौल मेरे दोस्त जो कि रोज़ इधर से गुजरता है और वो कहता है कि यार रास्ते में ना एक जन्नत वाली जगह आती है, उधर हमने रुकना है। तो मैंने कहा चलो आओ यार आज है ना जन्नत देख आते हैं, जन्नत क्या है। तो दरअसल वो है ना हमें ले आया है इस जगह पर। ये ना सूरजमुखी का यहाँ पर खेत है और आप मेरे पीछे देख रहे हैं कि बड़े खूबसूरत यहाँ पर ना फूल हैं आपको नज़र आ रहे हैं। लेकिन आप देख रहे हैं कि ये सारा जो खेत है ना ये आंधी की वजह से ये नीचे गिर गया है और सारे जो फूल लगे हुए थे ना वो नीचे झुक गए हैं। लेकिन आंधी से पहले ये बड़ा ही खूबसूरत नज़ारा था। जिस तरह जो आपको नज़र आ रहा है ना कि चंद फूल हैं अपने जोबन में खड़े हैं, इसी तरह ये पूरी फसल जो है ना ये खड़ी हुई थी चंद दिन पहले। लेकिन आंधी बहुत ज़बरदस्त आई है और ये फसल को नुकसान पहुँचा है। तो आइए इनसे बात करते हैं, ये जो इस खेत के मालिक हैं। अस्सलाम वालेकुम जी, की हाल चाल है चौधरी साहब? अल्लाह का बड़ा करम। तुम सुनाओ? तो वैसे ठीक है जी, बिल्कुल खैर की अच्छा मैंने दसो कि आ जी फसल तुम लगाई है, ਹਾਂਜੀ ये फसल के बारे सानू कुछ दसो। हाँ फसल किदों लाई है तो ਇਹਦਾ ਕੀ फ़ायदा होंगे? इधर आओ ज़रा, कोल भी नज़र आना। ਅਸੀਂ ਲਾਈ ਸੀ ਤੀਸਰੇ ਮਹੀਨੇ तीसरे महीने लाई सी? ਹਾਂਜੀ अच्छा, तो हुण कितनी देर हो गई लगे नूं? ਤੀਸਰੇ ਤੋਂ ਬਾਅਦ ਤੁਸੀਂ ਦੇਖ ਲਓ ਹੁਣ 6ਵਾਂ ਮਹੀਨਾ ਕਿ 5ਵਾਂ 6ਵਾਂ ਮਹੀਨਾ हाँ जी 6वां महीना शुरू हो गया, 3 ਕੁ ਮਹੀਨੇ ਦਾ। 3 महीने में यानी कि फसल पूरी हो गई है। ਹਾਂ अच्छा अच्छा माशाल्लाह, यानी कि फसल 3-4 महीने दी है। ਹਾਂਜੀ 4 ਕੁ ਮਹੀਨੇ ਲੱਗ ਜਾਂਦੇ। अच्छा अच्छा, मतलब कि इस अपने इलाके ਵਿੱਚ ਨਾ ਅਟਰੈਕਟਿਵ ਆਮ ਤਾਂ ਹੋ ਰਹੀ ਹੈ ਕਿ ਇਹਦੇ ਵਿੱਚ ਨਾ ਲਾਈ ਕਿਸੇ ਨੇ ਜਿੱਦਾਂ ਤੁਸੀਂ ਲਾਈ ਹੋਈ ਹੈ ਰੋਡ ਤੇ ਆਵਾਮ ਆਂਦੀ ਹੈ ਵੇਖ ਕੇ ਇਹਨਾਂ ਨੂੰ? ਹਾਂਜੀ ਬਹੁਤ ਆਵਾਮ ਆਉਂਦੀ ਹੈ ਇੱਥੇ। ਜਦੋਂ ਫੁੱਲ ਤਾਜ਼ੇ ਨਿਕਲੇ ਸੀ ਤੇ ਬਹੁਤ ਲੋਕ ਗੱਡੀਆਂ ਤੇ ਆ ਕੇ ਮੂਵੀਆਂ ਬਣਾਉਂਦੇ। ਅੱਛਾ ਸਹੀ ਹੈ। ਤੇ ਤੁਸੀਂ ਅਸੀਂ 2 ਘਰਾਂ ਹੀ ਲਾਇਆ ਹੈ ਬਸ। ਅੱਛਾ ਅੱਛਾ ਸਹੀ ਹੈ। ਤੇ ਇਹ ਆਵਾਮ ਜਿਹੜੀ ਇੱਥੇ ਆ ਕੇ ਰੁਕਦੀ ਤਸਵੀਰਾਂ ਖਿੱਚਦੀ ਸੀ, ਹਾਂਜੀ ਉਹ ਤੁਹਾਨੂੰ ਕੋਈ ਹੋਰ ਵੀ ਫਾਇਦਾ ਹੋਇਆ ਇੱਥੇ? ਮਤਲਬ ਕਿ ਤੁਸੀਂ ਟੀ ਸਟਾਲ ਵੀ ਇੱਥੇ ਤੇ ਕੋਈ ਉਸ ਲਿਹਾਜ਼ ਨਾਲ ਵੀ ਕੋਈ ਫਾਇਦਾ ਹੈ? ਨਹੀਂ ਉਸ ਲਿਹਾਜ਼ ਨਾਲ ਫਾਇਦਾ ਕੋਈ ਨਹੀਂ। ਉਸ ਲਿਹਾਜ਼ ਨਾਲ ਤੁਸੀਂ ਆਏ ਚਾਹ ਪੀਣ ਤੁਹਾਨੂੰ ਪਿਆਦੇ। ਅਸੀਂ ਤਾਂ ਫਿਰ ਤੁਹਾਡੇ ਕੋਲ ਪੀਣੀ ਹੈ। 2 ਚਾਹਾਂ ਬਣਾਈਆਂ। ਅੱਛਾ ਅੱਛਾ ਜ਼ਬਰਦਸਤ। ਅੱਛਾ ਤੇ ਫਸਲ ਦੇ ਬਾਰੇ ਚ ਦੱਸੋ ਕਿ ਫਸਲ ਮਤਲਬ ਕਿ ਫਾਇਦਾਮੰਦ ਹੈ, ਕਿੰਨਾ ਕੁ ਚੋਂ ਮਾਰਜਨ ਨਿਕਲ ਆਉਂਦਾ ਹੈ? ਇਹ ਤਕਰੀਬਨ 20 ਤੋਂ 25 ਅੱਛਾ 20 ਤੋਂ 25 ਮਣ 20 ਤੋਂ 25 ਮਣ ਹੈ 1 ਕਿੱਲੇ ਚ? 1 ਏਕੜ ਦੀ। 1 ਏਕੜ ਦੀ, ਠੀਕ ਹੈ। ਤੇ ਖਰਚਾ ਕਿੰਨਾ ਕੁ ਹੈ? ਖਰਚਾ ਬਹੁਤ ਜ਼ਿਆਦਾ ਹੈ। 2 ਕਿਲੋ ਵੀ 17,500 ਰੁਪਏ ਦਾ 2 ਕਿਲੋ 1 ਕਿੱਲੇ ਚ? 1 ਏਕੜ ਦਾ। ਅੱਛਾ 1 ਏਕੜ ਚ 2 ਕਿਲੋ ਲੱਗਦਾ ਹੈ? ਹਾਂਜੀ ਇਹਨੂੰ 3 ਖਾਦਾਂ ਲੱਗੀਆਂ ਪਈਆਂ ਨੇ। ਅੱਛਾ ਇਹ ਜਿਸ ਤਰ੍ਹਾਂ ਮੱਛੀ ਨਹੀਂ ਪਾਣੀ ਤੋਂ ਬਿਨਾਂ ਰਹਿ ਸਕਦੀ, ਇਹ ਸੂਰਜਮੁਖੀ ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ। ਅੱਛਾ ਇਹਦਾ ਮੁੰਜੀ ਵਾਲਾ ਹਿਸਾਬ ਹੈ? ਮੁੰਜੀ ਵਾਲਾ ਹਿਸਾਬ। ਇਹਨੂੰ 7ਵੇਂ 8ਵੇਂ ਦਿਨ ਭਰ ਕੇ ਪਾਣੀ ਲਾਣਾ ਪੈਂਦਾ। ਅੱਛਾ ਯਾਨੀ ਕਿ ਖਰਚਾ ਮੰਗਦੀ ਹੈ ਉਹ? ਹਾਂ ਬਹੁਤ ਖਰਚਾ ਹੈ। ਸਹੀ ਹੈ। ਤੇ ਹੁਣ ਤੱਕ ਤੁਸੀਂ ਅੰਦਾਜ਼ਨ ਸਾਨੂੰ ਦੱਸੋ ਕਿ ਕਿੰਨਾ ਖਰਚਾ ਤੁਸੀਂ ਇੱਥੇ ਕਰ ਚੁੱਕੇ ਜੀ? ਇਹ ਤਕਰੀਬਨ 1.25 ਏਕੜ ਇਹਦੇ ਤੇ 50,000 ਖਰਚਾ ਆਇਆ ਪਿਆ। 50,000 ਹੋ ਗਿਆ, ਬੜੀ ਗੱਲ ਹੈ। ਹਾਂ ਅੱਛਾ 50,000 ਜੇ ਹੋ ਗਿਆ ਤੇ ਤੁਹਾਨੂੰ ਕੀ ਲੱਗਦਾ ਕਿੰਨਾ ਕੁ ਮਾਰਜਨ ਦੇਗੀ ਉੱਤੇ, ਕਿੰਨਾ ਕਮਾ ਲੋਗੇ ਇੱਥੋਂ? ਜੋ ਨਸੀਬ ਹੈ। ਫਿਰ ਵੀ ਅੰਦਾਜ਼ਨ ਵਿਕਦੀ ਕਿਸ ਰੇਟ ਨਾਲ ਹੈ? ਇਹ ਤਕਰੀਬਨ ਵਿਕੀ ਜਾਣੀ 7-8 ਹਜ਼ਾਰ। 7-8 ਹਜ਼ਾਰ ਨੂੰ ਮੰਨ। ਹਾਂਜੀ ਤੇ ਕੋਈ ਹੈ ਅੰਦਾਜ਼ਾ ਕਿ 2-2.5 ਲੱਖ ਫਟ ਲੋਗੇ? ਅੱਲਾ ਦੀ ਜ਼ਾਤ ਜਾਣਦੀ। ਅੱਛਾ ਸਹੀ ਹੈ, ਯਾਨੀ ਕਿ ਰਿਜ਼ਕ ਲੱਭ ਜਾਂਦਾ ਹੈ? ਰਿਜ਼ਕ ਅੱਲਾ ਤਾਲਾ ਦੇਵੇਗਾ। ਹੋ ਸਕਦਾ ਆਪਾਂ ਹੁਣ ਵੇਂਦੇ ਪੈ ਸਵੇਰ ਨਾ ਖੜੀ ਹੋਵੇ ਨੇਰਾ। ਅੱਛਾ ਅੱਛਾ ਇਹ ਵੀ ਤਾਂ ਹੋ ਸਕਦਾ। ਸਹੀ ਹੈ ਬਿਲਕੁਲ। ਤੇ ਜਿਹੜਾ ਹਨੇਰ ਆਇਆ ਹੈ ਇਹਨੇ ਤੁਹਾਨੂੰ ਦੱਸੋ ਕਿੰਨਾ ਕੁ ਨੁਕਸਾਨ ਪਹੁੰਚਾਇਆ? ਕੋਈ ਫੁੱਲ ਸਾਨੂੰ ਦੱਸੋ। ਹਾਂ ਆਓ ਵੇਚ ਲਈਏ ਜ਼ਰਾ ਖਾਈਏ। ਜੀ ਜੀ ਨਾਜ਼ਰੀਨ ਪੰਜਾਬੀ 'ਚ ਹੀ ਗੱਲ ਕਰਦਾ ਮੈਂ ਕਿਉਂਕਿ ਪੰਜਾਬੀ 'ਚ ਹੀ ਗੱਲ ਹੋ ਰਹੀ ਹੈ। ਇਹ ਨਾ ਆਹ ਦੇਖੋ ਜੀ, ਆਹ ਜਿਹੜੇ ਨਾ ਫੁੱਲ ਹੈ ਸੂਰਜਮੁਖੀ ਦੇ ਜਿਹੜੇ ਫੁੱਲ ਨੇ ਇਹ ਹੁਣ ਗਿਰੇ ਹੋਏ ਫੁੱਲ ਨੇ ਨਾ। ਨਹੀਂ ਵਜ਼ਨ ਦੀ ਵਜ੍ਹਾ ਤੋਂ ਹੈ। ਅੱਛਾ ਮਤਲਬ ਕਿ ਹਨੇਰ ਆਇਆ ਤਾਂ ਪਹਿਲੇ ਪੂਰੇ ਜੋਬਨ 'ਤੇ ਖੜੇ ਸੀ? ਜੋਬਨ 'ਚ ਖੜੇ। ਅੱਛਾ ਇਹ ਲੱਗ ਰਿਹਾ ਕਿ ਜਿੱਦਾਂ ਨਾ ਇਹਦਾ ਰੰਗ ਵੀ ਥੋੜਾ ਜਿਹਾ ਮੱਠਾ ਜਿਹਾ ਹੋ ਗਿਆ। ਹਾਂ ਮੱਠਾ ਹੋ ਗਿਆ, ਸੁੰਡੀ ਪੈ ਗਈ ਨਾ ਪੱਥਰ। ਅੱਛਾ ਅੱਛਾ ਸਹੀ ਸਹੀ। ਤੇ ਇਹ ਕਿੰਨਾ ਕੁ ਜਿਹੜਾ ਜੀ ਆ ਕਈ ਲੋਕ ਤੇ ਜਿਹੜੇ ਨਾ ਮੌਸਮ ਨੂੰ ਬੜਾ ਲੈ ਕੇ ਬੜਾ ਇੰਜੋਏ ਕਰ ਰਹੇ ਨੇ ਹਾਂਜੀ ਹਾਂਜੀ ਕਿ ਮੌਸਮ ਬੜਾ ਚੰਗਾ ਹੋਇਆ, ਗਰਮੀ ਨਹੀਂ ਆ ਰਹੀ। ਹਾਂਜੀ ਹਾਂਜੀ। ਤੇ ਤੁਹਾਡੇ ਵਰਗੇ ਜਿਹੜੇ ਕਿਸਾਨ ਭਾਈ ਨੇ ਉਹਨਾਂ ਨੂੰ ਦੱਸੋ ਕਿ ਕਿੰਨਾ ਕੁ ਨੁਕਸਾਨ ਹੋ ਰਿਹਾ ਬਾਰਿਸ਼ਾਂ ਦਾ ਤੇ ਨੁਕਸਾਨ ਜਿਹੜੇ ਹਨੇਰ ਆ ਇਹਨਾਂ ਨੇ ਨੁਕਸਾਨ ਹੀ ਕੀਤਾ ਸਾਰਾ। ਫਸਲਾਂ ਦਾ ਅੱਗੇ ਸਰੋਂ ਦਾ ਨੁਕਸਾਨ ਕਰਤਾ, ਫਿਰ ਕਣਕ ਦਾ ਕਰਤਾ, ਅੱਛਾ ਉੱਤੋਂ ਸੂਰਜਮੁਖੀ ਦਾ ਨੁਕਸਾਨ ਕਰ ਦਿੱਤਾ। ਸਹੀ ਹੈ। ਹਾਂ ਨੁਕਸਾਨ ਤੇ ਨੁਕਸਾਨ ਹੀ ਚੱਲੂ। ਯਾਨੀ ਕਿ ਨੁਕਸਾਨ ਜਿਹੜਾ ਨਾ ਕਿਸਾਨ ਦਾ ਹੋ ਰਿਹਾ ਚੰਗਾ ਭਲਾ। ਹਾਂਜੀ ਹਾਂਜੀ। ਬਾਕੀ ਆਵਾਮ ਤੇ ਬੜੀ ਖੁਸ਼ ਹੈ ਗਰਮੀ ਦੇ ਬੜੀ ਬੱਚੇ। ਖੁਸ਼ ਜੀ ਜਿਨ੍ਹਾਂ ਦਾ ਸੁੱਕਾ ਕੰਮ ਚੱਲਦਾ ਹੈ। ਹਾਂਜੀ ਇਦਾਂ ਹੀ ਹੈ। ਲੇਕਿਨ ਦੁਆ ਕਰਨੀ ਚਾਹੀਦੀ ਹੈ ਕਿ ਅਸੀਂ ਜਿਹੜੇ ਦੂਜੇ ਉਹਨਾਂ ਨੇ ਤਾਂ ਰੋਟੀ ਇੱਥੋਂ ਹੀ ਖਾਣੀ ਹੈ ਨਾ, ਬਿਲਕੁਲ ਜੀ। ਕਿਉਂਕਿ ਆਪਣਾ ਜਿਹੜਾ ਮੁਲਕ ਆ ਉਹ ਜ਼ਰਾਈ ਮੁਲਕ ਹੈ। ਜ਼ਰਾਈ ਮੁਲਕ ਹੈ ਸਾਡਾ, ਤਾਂ ਵਸੀਲਾ ਹੀ ਹੈ। ਇਹ ਕਿਸਾਨ ਜਿਹੜੇ ਭਾਈ ਉਹ ਖੁਸ਼ਹਾਲ ਰਹਿਣਗੇ ਤੇ ਮੁਲਕ ਖੁਸ਼ਹਾਲ ਰਹੇਗਾ। ਬਿਲਕੁਲ ਜੀ। ਹਾਂਜੀ ਬਿਲਕੁਲ। ਤੇ ਜੀ ਨਾਜ਼ਰੀਨ ਤੁਸੀਂ ਦੇਖ ਰਹੇ ਹੋ ਕਿ ਸੂਰਜਮੁਖੀ ਦੀ ਸੀ ਫਸਲ ਅਤੇ ਤੁਸੀਂ ਇਹ ਦੇਖ ਰਹੇ ਹੋ ਫੁੱਲ ਨਾ ਗਿਰੇ ਹੋਏ ਆ। ਤੇ ਇਹ ਸਾਰੇ ਨਾ ਹਨੇਰੀ ਦੀ ਵਜ੍ਹਾ ਤੋਂ, ਜਿਹਨੂੰ ਉਰਦੂ 'ਚ ਆਂਦੀ ਤੇ ਪੰਜਾਬੀ 'ਚ ਹਨੇਰੀ ਕਹਿੰਦੇ ਨਾ, ਉਹਦੇ ਵਜ੍ਹਾ ਤੋਂ ਗਿਰ ਗਏ ਸਾਰੇ। ਤੇ ਇਹਨੂੰ ਸੁੰਡੀ ਵੀ ਪੈ ਚੁੱਕੀ ਹੈ ਇਹਦੀ ਵਜ੍ਹਾ ਤੋਂ, ਗਿਰਨ ਦੀ ਵਜ੍ਹਾ ਤੋਂ। ਤੁਸੀਂ ਦੇਖ ਰਹੇ ਹੋ, ਤੁਹਾਨੂੰ ਮੈਂ ਦਿਖਾ ਰਿਹਾ ਕਿ ਮੈਨੂੰ ਨਾ ਇੱਕ ਬਹੁਤ ਹੀ ਵੱਡਾ
ਸੁੰਡਾ ਨਜ਼ਰ ਆ ਰਿਹਾ, ਸ਼ਾਇਦ ਤੁਹਾਨੂੰ ਮੈਂ ਦਿਖਾ ਸਕਾਂ ਇੱਥੇ। ਉਹ ਵੇ ਉੱਤੇ ਚੜਿਆ ਆਹ ਦੇਖੋ ਜੀ, ਨਜ਼ਰ ਆ ਰਿਹਾ ਹੁਣ। ਇਹ ਤੇ ਸਾਈਜ਼ ਬਹੁਤ ਵੱਡਾ, ਇਹ ਸੁੰਡੀ ਨਹੀਂ ਜੀ, ਇਹ ਤੇ ਸੁੰਡੇ ਪਏ ਹੋਏ ਆ। ਹਾਂਜੀ ਹਾਂਜੀ। ਇਹਦਾ ਹੁਣ ਹੱਲ ਕੀ ਹੈ? ਇਹਦਾ ਹਾਲਤ ਗਰਮੀ ਪਵੇਗੀ, ਮਰ ਜਾਏਗੀ, ਜੇ ਅੱਗੇ ਪਿੱਛੇ ਟੁੱਟ ਜਾਏਗੀ, ਖਤਮ ਹੋ ਜਾਏਗੀ। ਅੱਛਾ, ਹਾਂ, ਇਹਨੂੰ ਸਪਰੇਅ ਤਾਂ ਹੋ ਨਹੀਂ ਸਕਦੀ। ਹੁਣ ਸਪਰੇਅ ਨਹੀਂ ਹੋ ਸਕਦੀ? ਨਹੀਂ ਹੋ ਸਕਦੀ। ਸਹੀ ਹੈ। ਅੱਛਾ ਅੱਛਾ, ਤੁਸੀਂ ਮੈਨੂੰ ਇਹ ਦੱਸੋ ਕਿ ਆਹ ਜਿਹੜੇ ਫੁੱਲ ਨੇ ਤੁਹਾਡੇ ਕੰਮ ਜਿਹੜੇ ਵਿਕਦੇ ਨੇ, ਸਿਰਫ ਆ ਫੁੱਲ ਵਿਕਦੇ ਨੇ? ਸਿਰਫ ਫੁੱਲਾਂ ਚੋਂ ਬੀ ਨਿਕਲੇਗਾ। ਅੱਛਾ, ਆ ਵੇਖੋ ਨਾ, ਐਂ ਕਰੋ ਇੱਧਰ, ਹਾਂਜੀ, ਇਹ ਆ ਵੇਖੋ, ਆ ਵੀ ਨਿਕਲ ਰਿਹਾ ਜੀ। ਇਹ ਆ ਵਿੱਚ ਬੀ ਆ ਗਿਆ ਇੱਧਰ। ਹਾਂਜੀ, ਆ ਸੁੱਟੋ ਜ਼ਰਾ, ਦਿਖਾਓ ਬੀ ਸੀ। ਆਹ ਦੇਖੋ ਜੀ, ਹਾਂ, ਸਿਰਫ ਆ ਜਿਹੜਾ ਨਾ ਬੀ ਇਸ ਕੰਮ ਦਾ ਹੈ ਇਹਨਾਂ ਦਾ, ਆਹੀ ਬੀ ਹੈ ਜੀ? ਇਹ ਬੀ ਨਹੀਂ, ਇਹ ਬੀ ਆ ਵਿੱਚ ਕਾਲਾ ਕਾਲਾ। ਅੱਛਾ ਅੱਛਾ, ਆਹ ਬੀ ਹੈ ਜੀ, ਇਹ ਤੁੱਤੇ ਫੁੱਲ ਪੈਸੇ, ਆਹ ਬੀ ਹੈ ਜਿਹੜਾ ਵਿੱਚ? ਆ ਵਿੱਚ ਬੀ ਲੱਗਾ ਹੋਇਆ। ਅੱਛਾ, ਇਹ ਕੰਮ ਦਾ ਹੈ ਸਿਰਫ? ਇਹ ਕੰਮ ਦਾ ਠੀਕ ਹੈ ਜੀ। ਇਹ ਤੁਸੀਂ ਕੱਢ ਕੇ ਵੇਚਦੇ ਨੇ ਕਿ ਤੁਹਾਡੇ ਕੰਮ ਦੀ ਤਾਂ ਸਿਰਫ ਆ ਇੰਨੀ ਕੁ ਚੀਜ਼ ਹੈ ਨਾ, ਇੰਨੀ ਆ ਫੁੱਲ ਸਿਰਫ? ਹਾਂਜੀ ਹਾਂਜੀ। ਤੇ ਬਾਕੀ ਆ ਜਿਹੜਾ ਥੱਲੇ ਹੈ ਆ ਲੱਕੜੀ ਜਿਹੜੀ ਹੈ, ਇਹਦਾ ਫਿਰ ਕੀ ਕਰਦੇ ਹੋ? ਬਾਲਣ ਦਾ ਇਸਤੇਮਾਲ ਹੋ ਸਕਦੀ ਹੈ। ਅੱਛਾ ਅੱਛਾ, ਜੇ ਵਿੱਚ ਬਾਣੀ ਹੋਵੇ ਤਾਂ ਖਾਦ ਦੀ ਜਗ੍ਹਾ ਤੇ ਇਸਤੇਮਾਲ ਹੋ ਸਕਦੀ ਹੈ। ਖਾਦ ਦੀ ਜਗ੍ਹਾ ਤੇ ਵੀ ਹੋ ਜਾਂਦੀ ਇਸਤੇਮਾਲ? ਹਾਂਜੀ ਹਾਂਜੀ। ਅੱਛਾ ਅੱਛਾ, ਸਹੀ ਹੈ, ਬਿਹਤਰੀਨ ਹੈ। ਜਾਂ ਵਿਕ ਬੁਕ ਵੀ ਜਾਂਦੀ ਹੈ? ਨਹੀਂ ਨਹੀਂ, ਵਿਕਣੀ ਕਿੱਥੋਂ, ਇਹ ਨਹੀਂ ਵਿਕਦੀ? ਲੋਕ ਅਸੀਂ ਫੁੱਲ ਲਾ ਲਾਂਗੇ, ਗਰੀਬ ਬਾਲਣ ਵੱਢ ਕੇ ਲੈ ਜਾਣਗੇ। ਅੱਛਾ ਅੱਛਾ, ਗਰੀਬਾਂ ਵਾਂ, ਚਲੋ ਗਰੀਬਾਂ ਨੂੰ ਵੀ ਇਹ ਚੋਂ ਕੁਝ ਨਾ ਕੁਝ ਬਚ ਜਾਂਦਾ ਹੈ। ਜਿਹੜਾ ਬਚ ਗਿਆ ਵਿੱਚ ਹਰਸ਼ਾ ਰਲਾ ਦੇ। ਅੱਛਾ ਅੱਛਾ, ਚਲੋ ਚਲੋ, ਬੜੀ ਮਿਹਰਬਾਨੀ ਜੀ। ਆ ਤੁਸੀਂ ਵੀਡੀਓ 'ਚ ਤੁਸੀਂ ਵੀ ਇਨਫੋਰਮੇਸ਼ਨ ਦਿੱਤੀ ਆ। ਉਮੀਦ ਕਰਦੇ ਆ ਕਿ ਜਿਹੜੇ ਵੇਖਣ ਵਾਲੀ ਆਵਾਮ ਹੋਏਗੀ ਤੇ ਅਗਲੇ ਸਾਲ ਤੁਸੀਂ ਲਾਓਗੇ, ਆਵਾਮ ਮਜ਼ੀਦ ਇੱਥੇ ਦੇਖ ਕੇ ਰੁਕੇਗੀ ਵੀ, ਤੁਹਾਡੇ ਕੋਲ ਚਾਹ ਵੀ ਪੀਏਗੀ। ਨਹੀਂ ਜੀ, ਬੜਾ ਨਜ਼ਾਰਾ ਬਣਿਆ ਸੀ, ਗੱਡੀਆਂ ਬਹੁਤ, ਅੱਛਾ, ਅੱਛਾ। ਬੱਚੀਆਂ ਵੀ, ਹਾਂਜੀ ਹਾਂਜੀ, ਔਰਤਾਂ ਬੰਦੇ ਬਹੁਤ ਹਾਂਜੀ ਫਿਲਮਾਂ। ਹਾਂਜੀ, ਉਹ ਦੇਖ ਰਹੇ ਨੇ ਕਿ ਵਾਵਾ ਨਾ ਜਿਹੜੇ ਫੁੱਲ ਤੇ ਲੱਗੇ ਹੋਏ ਆ ਜਿਹੜੇ ਅਚਾਨਕ, ਤੇ ਜੇ ਭਰਿਆ ਹੁੰਦਾ ਖੇਤ ਤੇ ਫਿਰ ਤਾਂ ਬੜਾ ਖੂਬਸੂਰਤ ਨਜ਼ਾਰਾ ਹੋਣਾ ਸੀ। ਹਾਂਜੀ, ਬਹੁਤ ਨਜ਼ਾਰਾ ਬਣਿਆ ਸੀ, ਦਿਲ ਬਹੁਤ ਖੁਸ਼ ਹੁੰਦਾ ਸੀ ਫਿਰ। ਹਾਂਜੀ ਹਾਂਜੀ, ਸਹੀ ਹੈ। ਚਲੋ ਅੱਲਾ ਖੈਰ ਕਰੇਗਾ। ਹੁਣ ਤਾਂ ਤੁਸੀਂ ਮੈਸੇਜ ਦੇ ਦਿੱਤਾ ਹੈ ਆਪਾਂ ਆਵਾਮ ਨੂੰ, ਹਾਂਜੀ ਹਾਂਜੀ ਠੀਕ ਹੈ। ਹੋ ਸਕਦਾ ਕੋਈ ਹੋਰ ਵੀ ਲੋਕਾਂ ਨੂੰ ਸ਼ੌਰ ਆ ਜਾਵੇ, ਉਹ ਵੀ ਆਵਾਮ ਜਿਹੜੀ ਹੈ ਨਾ ਇੱਥੇ ਆਸੇ-ਪਾਸੇ ਲਾਣਾ ਸ਼ੁਰੂ ਕਰ ਦੇਵੇ। ਹਾਂਜੀ ਹਾਂਜੀ। ਇੱਕ ਤੇ ਖੂਬਸੂਰਤੀ 'ਚ ਇਜ਼ਾਫਾ ਹੁੰਦਾ ਹੈ, ਠੀਕ ਹੈ, ਲੋਕਾਂ ਵਾਸਤੇ ਐਂਟਰਟੇਨਮੈਂਟ ਦਾ ਦਰਅਸਲ ਨਾ ਘਿਓ ਬਹੁਤ ਮਹਿੰਗਾ ਹੋ ਗਿਆ ਸੀ। ਅੱਛਾ ਅੱਛਾ ਤੇ ਉਹ ਇੱਕ ਮੇਰਾ ਦੋਸਤ ਸੀ, ਉਹਨੇ ਮਸ਼ਵਰਾ ਦਿੱਤਾ ਵੀ ਸੂਰਜਮੁਖੀਆ ਲਾ ਕੇ ਨਾ ਅੱਛਾ ਤੇ ਇਹਦਾ ਤੇਲ ਘਰ ਇਸਤੇਮਾਲ ਕਰੋ। ਅੱਛਾ, ਤੇਲ ਵੀ ਨਿਕਲ ਆਉਂਦਾ ਇਹਦਾ? ਹਾਂਜੀ, ਤੇਲ ਘਰ ਇਸਤੇਮਾਲ ਕਰੋ, ਘਿਓ ਨਾਲੋਂ ਸਹੀ ਹੈ। ਅੱਛਾ, ਸਰੋਂ ਦਾ ਤੇਲ, ਸੂਰਜਮੁਖੀਆ ਦਾ ਤੇਲ, ਇਹ ਲਾਇਆ ਸੀ ਵੀ ਜਿਹੜਾ ਘਰੇ ਇਸਤੇਮਾਲ ਕਰਨਾ ਉਹ ਰੱਖ ਲਾਂਗੇ, ਬਾਕੀ ਫਰੋਖਤ ਕਰ ਦਿਆਂਗੇ। ਅੱਛਾ ਅੱਛਾ ਯਾਰ, ਬੜਾ ਜ਼ਬਰਦਸਤ ਹੈ ਯਾਰ ਇਹ ਤੇ ਦੇਖਿਆ, ਕਿਉਂਕਿ ਤੇਲ ਵੀ ਮੇਰੇ ਖਿਆਲ ਨਾਲ ਅੱਜ ਕੱਲ੍ਹ ਜਿਹੜਾ ਸਸਤਾ ਵੀ ਹੈ ਨਾ, ਉਹ ਵੀ 700-800 ਨੂੰ ਹੋਇਆ ਖੜਾ। ਬਿਲਕੁਲ ਹੈ ਨਾ। ਤੇ ਜਿਹੜੇ ਨਾਜ਼ਰੀਨ ਜਿਹੜੇ ਲਾਉਂਦੇ ਨੇ ਆਪਣੇ ਘਰਾਂ 'ਚ, ਉਹਨਾਂ ਵਾਸਤੇ ਬੜਾ ਫਾਇਦੇਮੰਦ ਚੀਜ਼ ਹੈ ਕਿ ਉਹ ਤੇਲ ਘਰ ਕੱਢ ਸਕਦੇ ਨੇ। ਜਿਹੜਾ ਡਾਲਟਾ ਘੀ, ਉਹਦੇ ਵਿੱਚ ਵੀ ਇਹੀ ਪੈਂਦਾ। ਅੱਛਾ, ਸਰੋਂ ਦਾ ਤੇਲ, ਇਹ ਇੱਕ ਸੋਇਆਬੀਨ ਹੁੰਦਾ ਹੈ, ਇਹ ਕਰਕੇ ਨਾ ਉਹ ਘਿਓ ਇਸੇ ਦਾ ਹੀ ਬਣਦਾ, ਹੋਰ ਕਿਹੜੀ ਸ਼ੈ ਦਾ ਬਣਦਾ। ਅੱਛਾ ਅੱਛਾ ਅੱਛਾ, ਸਹੀ ਹੈ, ਬਿਹਤਰੀਨ ਹੈ। ਤੇ ਤੂੰ ਵੈਸੇ ਤਰੀਕਾ ਕੀ ਹੈ ਇਹ ਤੋਂ ਤੇਲ ਕੱਢਣ ਦਾ? ਇਹ ਜਿੱਥੋਂ ਆਪਾਂ ਸਰੋਂ ਦਾ ਤੇਲ ਕਢਾਉਣਾ ਹੈ, ਹਾਂਜੀ, ਕੋਲੂ ਤੋਂ, ਹਾਂਜੀ ਹਾਂਜੀ, ਉੱਥੋਂ ਇਹਦਾ ਤੇਲ ਨਿਕਲਦਾ। ਸਿਰਫ ਬੀ ਲੈ ਜਾਓ ਤੇ ਤੁਹਾਨੂੰ ਤੇਲ ਕੱਢ ਦੇਣਗੇ, ਤੇਲ ਕੱਢ, ਉਹ ਘਰ ਇਸਤੇਮਾਲ ਕਰਨਾ। ਹਾਂਜੀ, ਬੜਾ ਬਿਹਤਰੀਨ ਹੈ ਤੁਹਾਡਾ। ਤੇ ਇਹਦਾ ਮਤਲਬ ਹੈ ਕਿ ਪੂਰੇ ਸਾਲ ਦਾ ਜਿਹੜਾ ਨਾ ਤੇਲ ਨਿਕਲ ਆਇਆ। ਅੱਲਾਹ ਤਾਲਾ ਖੈਰ। ਅੱਲਾ ਖੈਰ ਕਰੇਗਾ ਜੀ। ਤੇ ਨਾਜ਼ਰੀਨ, ਹੁਣ ਪੰਜਾਬੀ 'ਚ ਆਪਾਂ ਗੱਲ ਕਰਦੇ ਹਾਂ। ਤੁਹਾਨੂੰ ਅੱਜ ਅਸੀਂ ਦਿਖਾਇਆ ਕਿ ਸੂਰਜਮੁਖੀ ਦਾ ਫੁੱਲ, ਤੇ ਇਹਦੇ ਨਾਲ ਬਹੁਤ ਜ਼ਿਆਦਾ ਫਾਇਦੇ ਨੇ। ਇੱਕ ਤੇ ਖੂਬਸੂਰਤੀ, ਜਿਸ ਇਲਾਕੇ 'ਚ ਤੁਸੀਂ ਲਾਓਗੇ ਖੂਬਸੂਰਤੀ ਇੰਨੀ ਜ਼ਿਆਦਾ ਹੋ ਜਾਏਗੀ ਕਿ ਆਵਾਮ ਬਹੁਤ ਜ਼ਿਆਦਾ ਅਟਰੈਕਟ ਹੋਏਗੀ। ਆਵਾਮ ਦੂਰੋਂ ਦੂਰੋਂ ਜਿਹੜੀ ਹੈ ਨਾ, ਹਾਂਜੀ, ਆਵਾਮ ਦੂਰੋਂ ਦੂਰੋਂ ਤੁਹਾਡੇ ਕੋਲ ਸੈਰ ਕਰਨ ਆਏਗੀ, ਠੀਕ ਹੈ। ਜੇ ਤੁਸੀਂ ਉਸ ਲਾਗੇ, ਉਸ ਫਸਲ ਤੇ ਲਾਗੇ ਕੋਈ ਟੀ ਸਟਾਲ ਵਗੈਰਾ ਜਾਂ ਕੋਈ ਰੈਸਟੋਰੈਂਟ, ਕੋਈ ਹੋਟਲ ਤੁਸੀਂ ਬਣਾ ਲੈਂਦੇ ਹੋ ਨਾ, ਖਾਣ ਪੀਣ ਵਾਲੇ ਕੋਈ ਵੀ ਪੁਆਇੰਟ, ਤੇ ਆਵਾਮ ਨਾ ਫਿਰ ਉੱਤੇ ਵੀ ਜੋ ਅਟਰੈਕਟ ਹੁੰਦੀ ਨਾ ਖੂਬਸੂਰਤੀ ਦੇਖ ਕੇ, ਫਿਰ ਤੁਹਾਡਾ ਕਾਰੋਬਾਰ ਵੀ ਨਾਲ ਚੱਲਦਾ, ਠੀਕ ਹੈ। ਉਸ ਤੋਂ ਬਾਅਦ ਫਸਲ ਵੀ ਬਹੁਤ ਅੱਛੀ ਹੈ। ਸਾਡਾ ਜਿਹੜਾ ਇਲਾਕਾ ਨਾ, ਤਾਂਦਲਿਆਂ ਵਾਲਾ ਦਾ ਇਲਾਕਾ, ਇਸ ਇਲਾਕੇ ਦੇ ਵਿੱਚ ਆ ਫਸਲ ਬਹੁਤ ਘੱਟ ਉਗਾਈ ਜਾ ਰਹੀ ਹੈ, ਲੇਕਿਨ ਤੁਹਾਨੂੰ ਅਸੀਂ ਇਨਫੋਰਮੇਸ਼ਨ ਦਿੱਤੀ ਹੈ ਕਿ ਇਹ ਫਸਲ ਵੀ ਉਗਾਈ ਜਾ ਸਕਦੀ। ਖਰਚਾ ਕੋਈ ਬਹੁਤ ਜ਼ਿਆਦਾ ਨਹੀਂ ਹੈ, 50,000 ਤਕਰੀਬਨ ਉਹਨਾਂ ਨੇ ਸਾਨੂੰ ਦੱਸਿਆ ਹੈ ਕਿ 1 ਏਕੜ ਦਾ ਹੈ। ਤੇ ਲੇਕਿਨ ਇਨਸ਼ਾਅੱਲਾ ਜਿਹੜੀ ਉਹਨਾਂ ਦਾ ਮਾਰਜਨ ਨਿਕਲੇਗਾ ਨਾ, ਉਹ ਅੱਛਾ ਨਿਕਲੇਗਾ। ਅਸੀਂ ਵੀ ਦੁਆ ਕਰਦੇ ਹਾਂ ਜੀ ਕਿਸਾਨਾਂ ਭਾਈਆਂ ਦਾ ਮਾਰਜਨ ਅੱਛਾ ਨਿਕਲੇ। ਤੇ ਤੁਸੀਂ ਵੀ ਇਸ ਜਗ੍ਹਾ ਤੇ ਆ ਸਕਦੇ ਹੋ। ਇਹ ਜਗ੍ਹਾ ਹੈ ਵਾ ਜੀ ਜੱਲੇ ਮੋੜ ਰੋਡ ਤੇ, ਯਾਨੀ ਕਿ ਜਿਹੜਾ ਜੱਲੇ ਮੋੜ ਤੇ ਸਮੁੰਦਰੀ ਵਾਲਾ ਰੋਡ ਹੈ। ਆ ਪੰਪ ਕਿਹੜਾ ਜੀ ਸਾਹਮਣੇ? 415, ਹਾਂਜੀ, 415 ਬੁਖਾਰੀ ਹਾਊਸ ਦੇ ਨਾ ਬਿਲਕੁਲ ਨਾਲ ਹੈ, ਤੇ ਸਾਹਮਣੇ ਬੀ એનર્ਜੀ ਪੰਪ ਦੇ ਬਿਲਕੁਲ ਸਾਹਮਣੇ ਆ। ਤੇ ਤੁਸੀਂ ਆਓ, ਇੱਥੇ ਸੈਰ ਸੂਰ ਵੀ ਕਰੋ, ਇੰਜੋਏ ਕਰੋ, ਪਿਕਨਿਕ ਕਰੋ, ਤੇ ਨਾਲ ਇੱਥੇ ਨਾ ਚਾਚਾ ਜੀ ਨੇ ਇੱਕ ਆਪਣਾ ਟੀ ਸਟਾਲ ਵੀ ਲਗਾਇਆ ਹੋਇਆ, ਤੇ ਤੁਸੀਂ ਉੱਥੇ ਆ ਕੇ ਚਾਹ ਸ਼ਾਹ ਵੀ ਪੀ ਸਕਦੇ ਜੇ। ਤੇ ਉਮੀਦ ਕਰਦੇ ਤੁਹਾਨੂੰ ਵੀਡੀਓ ਪਸੰਦ ਆਈ ਹੋਏਗੀ। ਆਪਣਾ ਫੀਡਬੈਕ ਸਾਨੂੰ ਜ਼ਰੂਰ ਦਿਓ। ਮਿਲਦੇ ਹਾਂ ਅਗਲੀ ਵੀਡੀਓ 'ਚ। ਅੱਲਾ ਹਾਫਿਜ਼।